ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਹੋ ਰਹੀਆਂ ਹਨ, ਜੋ ਪਰਮ ਸਾਰੀ ਸੰਗਤ ਨੇ ਬੜੀ ਭਾਵਨਾ ਨਾਲ ਮਨਾਉਣਾ ਹੈ। ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜੋ ਇਸ ਹਿੰਦੁਸਤਾਨ ਦੇ ਉੱਤੇ ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ, ਉਹ ਬਖਸ਼ਿਸ਼ ਹੋਰ ਸੰਸਾਰ ਦਾ ਕੋਈ ਵੀ ਮਹਾਂਪੁਰਸ਼ ਕਿਸੇ ਵੀ ਕੌਮ ਦੇਸ਼ ਤੇ ਨਹੀਂ ਕਰ ਸਕਿਆ। ਆਪਣੀ ਕਿਸਮ ਦੀ ਇਹ ਮਹਾਨ ਸ਼ਹੀਦੀ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂਮੈ ਸਾਕਾ। ਜਿਸ ਵੇਲੇ ਸਾਰੇ ਪਾਸੇ ਘਬਰਾਹਟ ਮਚਿਆ ਹੋਇਆ ਸੀ, ਹਿੰਦੂ ਧਰਮ ਦੇ ਉੱਤੇ ਇਤਨੀਆਂ ਪਾਬੰਦੀਆਂ ਲੱਗ ਚੁੱਕੀਆਂ ਸਨ, ਮੰਦਰਾਂ ਵਿੱਚ ਪੂਜਾ ਪਾਠ ਕਰਨ ਤੋਂ ਵੀ ਔਰੰਗਜ਼ੇਬ ਰੋਜ਼ ਰੋਕਦਾ ਸੀ। ਸਵਾ ਮਣ ਜਨੇਊ ਰੋਜ਼ ਉਤਾਰ ਕੇ ਰੋਟੀ ਖਾਂਦਾ ਸੀ। ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ। ਉਸ ਸਮੇਂ ਉਸ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਗੁਰੂ ਗਰੀਬ ਨਵਾਜ਼ ਨੌਵੇਂ ਪਾਤਸ਼ਾਹ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਇਸ ਕਰਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਹੈ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੀ ਕਿਰਿਆ, ਉਹਨਾਂ ਵਰਗਾ ਉਪਕਾਰ ਹੋਰ ਕੋਈ ਨਹੀਂ ਕਰ ਸਕਿਆ। ਸੋ ਸਾਧ ਸੰਗਤ ਜੀ, ਐਸੇ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਆਪਾਂ ਸ਼ਰਧਾ ਪਿਆਰ ਨਾਲ ਮਨਾਉਣਾ ਹੈ। ਆਓ, ਜੋ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਮੂਲ ਮੰਤਰ ਦੀ, ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਬੰਸ ਪ੍ਰਧਾਨਾ। ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦਾ, ਵਾਹਿਗੁਰੂ ਦਾ, ਈਸ਼ਵਰ ਦਾ ਅਵਤਾਰ ਇਸ ਸ੍ਰਿਸ਼ਟੀ ਤੇ ਆਏ ਹਨ। ਬਾਣੀ 'ਚ ਬਹੁਤ ਵਾਰੀ ਲਿਖਿਆ ਹੈ, ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ। ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖੀ ਅਵਤਾਰ ਧਾਰ ਕੇ ਇਸ ਧਰਤੀ ਤੇ ਉਤਰੇ ਹਨ। ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ, ਝਖੜ ਵਾਉ ਨਾ ਡੋਲਈ ਪਰਬਤ ਮੇਰਾ। ਜਿਵੇਂ ਕਿੱਡੇ ਵੱਡੇ ਤੂਫਾਨ ਆ ਜਾਣ, ਝੱਖੜ ਆ ਜਾਣ, ਸ਼ਮੇਰ ਪਰਬਤ ਆਪਣੀ ਥਾਂ ਤੋਂ ਹਿੱਲਦਾ ਨਹੀਂ। ਗੁਰੂ ਸਾਹਿਬ ਮਹਾਰਾਜ ਸ਼ਮੇਰ ਦੀ ਤਰ੍ਹਾਂ ਅਟਲ ਤੇ ਅਡੋਲ ਤੇ ਅਹਿਲ ਬਣ ਕੇ ਆਏ ਹਨ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਐਸਾ ਦ੍ਰਿੜ ਗੁਰਮੰਤਰ ਦਿੱਤਾ ਹੈ, ਐਸਾ ਸਰੂਪ ਪਰਮੇਸ਼ਰ ਦਾ ਸਮਝਾਇਆ ਹੈ, ਜਿਸ ਦਾ ਚਿੰਤਨ ਕਰਕੇ ਜੀਵ ਵੀ ਪਰਮੇਸ਼ਰ ਰੂਪ ਹੋ ਜਾਂਦਾ ਹੈ। ਕੱਲ ਆਪਾਂ ਵਿਚਾਰ ਕਰ ਰਹੇ ਸੀ, ਨਿਰਭਉ ਨਿਰਵੈਰ ਇਹ ਵਾਹਿਗੁਰੂ ਦੇ ਦੈਵੀ ਗੁਣ ਹਨ। ਜਿਹੜਾ ਬੰਦਾ ਇਹਨਾਂ ਗੁਣਾਂ ਦਾ ਧਾਰਨੀ ਬਣ ਜਾਵੇ, ਉਹ ਵੀ ਪਰਮੇਸ਼ਰ ਰੂਪ ਹੋ ਜਾਂਦਾ ਹੈ। ਸੋ ਮਹਾਰਾਜ ਸਾਹਿਬ ਜੀ ਨੇ ਪਰਮੇਸ਼ਰ ਦੀ ਮੂਰਤੀ ਦੱਸੀ ਕੈਸੀ ਹੈ। ਕਹਿੰਦੇ ਪਰਮੇਸ਼ਰ ਦੀ ਮੂਰਤ ਅਕਾਲ ਮੂਰਤ ਹੈ, ਜਿਸ ਨੂੰ ਕਾਲ ਨਹੀਂ ਖਾ ਸਕਦਾ। ਜਿਤਨੀਆਂ ਮੂਰਤਾਂ ਸੰਸਾਰ 'ਚ ਬਣੀਆਂ ਨੇ, ਪੱਥਰ ਦੀਆਂ ਮੂਰਤਾਂ, ਤਾਂਬੇ ਦੀਆਂ ਮੂਰਤਾਂ, ਸੋਨੇ ਦੀਆਂ, ਚਾਂਦੀ ਦੀਆਂ, ਉਹਨਾਂ ਦੇ ਬਣਨ ਤੇ ਵੀ ਸਮਾਂ ਲੱਗਦਾ ਹੈ ਤੇ ਉਹਨਾਂ ਦਾ ਸਮਾਂ ਆਉਂਦਾ ਤੇ ਢਹਿ ਵੀ ਜਾਂਦੀਆਂ।
परमेश्वर की मूर्त अकाल मूर्त है, जिसते काल नहीं आउंदा, मौत नहीं आउंदी, जिसका समा पूरा नहीं होता। वो ऐसी मूर्त है जो आद सच जुगाद सच है, सदा सदा सच है। आद सत्य जुगाद सत्य प्रतख सत्य सदा सदा सत्य। कानड़े की वार च गुरु साहब ने फरमाया है कि वाहिगुरु की मूर्त आद विच भी सच सी, जुगाद भी सच है, हुण भी सच है, अगे भी सच होवेगी, सदा सदा सच ही रहेगी। उस मूर्त नूं काल नहीं खा सकता। तो उस तो अगे महाराज उसे परमेश्वर का एक होर वड्डा गुण दस रहे ने, अजूनी। जूनी नाम मां दे गर्भ दा है। जूनी कहते ने मां दा पेट, मां दा उदर, गर्भाशय, जिहदे विच सारा संसार आउंदा है। ऐसा कोई भी नहीं जिहड़ा मां दे पेट तो जन्म ना लवे। अपना सारियां दा जन्म मां दे उदर तो होया है। जैसे मात पिता बिन बाल न होई, बिंब बिना कैसे कपड़े धोई, घोर बिना कैसे असवार, साधु बिन नाही दरबार। महाराज ने अटल फैसला दिता कुदरत का कि माता पिता बिना संतान की उत्पत्ति नहीं होती। सारे मां के पेट तो जन्म लेंदे हन, भावें वो मनुख हन, भावें पशु हन, भावें पंछी हन। उन्हां सारियां दे विच माता पिता वाली अंश परमेश्वर ने पाई हुई है, उसकी रचना है। साध संगत जी, पर एक ऐसी हस्ती वाहिगुरु दी है, परमेश्वर की जो हस्ती है वो मां के पेट तो नहीं पैदा हुई, उसकी कोई मां नहीं। वो अपने आप तो ज्योति स्वरूप प्रभु सुते ही प्रकाश है, अजूनी, जूना च नहीं आया। बल्कि जेड़े लोग ये कहणगे परमात्मा जूनी च आया है, गुरु साहब कहते हैं सो मुख जलो जित कहें ठाकर जोनी। जेड़ा मूँह ये कहता है कि वाहिगुरु परमेश्वर जूनी च आया, वो मूँह ही सड़ जावे। वाहिगुरु जूनिया च नहीं है। इत्थे बड़ी सूक्ष्म विचार है, साधारण लोगों को शंका हो जाता है। जे परमात्मा जूना च नहीं आया तो गुरु साहिबा ने मां के पेट तो जन्म लिया है। भगवान रामचंद्र जी ने भी मां के पेट तो जन्म लिया है। भगवान कृष्ण जी महाराज का जन्म भी माता देवकी के उदर तो होया है। श्री गुरु नानक देव जी भी ते माता तृप्ता की कुख तो पैदा हुए हैं। साध संगत जी, शरीर करके माता के पेट तो पैदा हुए हैं, पर आत्मा करके सतगुरु प्रकाश रूप ज्योति स्वरूप वो मुढ़ तो ही हैं। उदों कोई मां नहीं सी जदों परमेश्वर ने निर्गुण तो सरगुण रूप धारण किया। उसने आप ही अपने आप को सार लिया, संसृत कर लिया संसार दे विच। इस करके परमेश्वर अजूनी ही है। संसार के भले लई अवतारां महापुरुषों को भेजा वाहिगुरु ने अपनी शक्ति दे के। उन्होंने सृष्टि का उद्धार किया, कल्याण किया, परंतु परमात्मा जूना च लिपाएमान नहीं होता।
ऐसा भी साडे देश विच मन्निया जाता है कि महापुरुषों का शरीर मां के पेट तो जन्म लेंदा है, जिहड़ी जोत है जन्म तो बाद प्रवेश करती है। परमेश्वर की ज्योति का प्रकाश हुंदा है, अनुभव हुंदा है। उस प्रकाश नाल, उस अनुभवता नाल उस संसार का उद्धार करते हैं। सो परमेश्वर अजूनी है, मां के पेट च नहीं होता। सैभम का मतलब है अपने आप को स्वै भंग। वाहिगुरु अकाल पुरख जो अपने आप को पैदा होया, ना उन्होंने किसी ने बनाया है, ना उसनों किसी ने जम्मिया है, ना उसकी कोई मां है, ना कोई उसका प्यो है। स्वयं मैंने अपने आप को, भंग मैंने हो गया, अपने आप तो ही होया है। ताप्या ना जाए, कीता ना होए, आपे आप निरंजन सोए। ना किसी का बनाया बनया है, ना कोई इसनूं बना सकता है, वो तो आपे ही है। सब तो पहले आप से, उस तो पहले कोई होवे तो उसनूं जन्म देवे। उस तो पहला तो कोई है नहीं ना, उसनूं फिर जन्म देने वाला कौन है? उसनूं जन्म देने वाला कोई भी नहीं, वो आपे ही जम्मिया है। सैभम सुते प्रकाश, सुते मैंने अपने आप तो ही प्रकाशित होया। आप ही ने आप साजियो। वाहिगुरु ने अपने स्वरूप तो ही अपना स्वरूप पैदा किया है। आप ही ने आप साजियो, आप ही ने रचियो नाओ। दुई कुदरत साजिए कर आसन डिठो जाओ। आप अपने सार्वण रूप में आके परमेश्वर ने अपनी कुदरत नूं, अपनी माया नूं सत्ता प्रदान की है। माया साजी है, कुदरत साजी, दुई कुदरत साजिए कर आसन डिठो जाओ। वाहिगुरु आप अपने आसन ते बैठा होया, उस माया के पसारे नूं वेखी जाता है। बैठा वेखै वख अकेला, निराला भी है ते विच भी वरत रहा है। अमर अजोनी जात न जाला, एकम एकंकार निराला। अमर अजोनी जात न जाला, वो वाहिगुरु एकम एकंकार निराला, निराला भी सारे ते सारे में वर्त भी रहा है। ऐसी उसकी खेड समझ नहीं आती। जे समझ आ जाए तो साध संगत जी फिर रमझ नहीं रही। जिहड़ी रमझ की समझ आ जाए, वो रमझ कादी? रमझ उन्ना चिर ही हुंदी है जिन्ना चिर समझ ना आवे। ते वाहिगुरु की रमझ नूं असीं समझ सकते ही नहीं। अंत न पावत देव सब, देवते भी अंत नहीं पा सके, उसकी रमझ नूं समझ नहीं सके। मुन इंद्र महाशिव जोग करी, फुन वेद बिरंच विचार रहे। हर जाप न छाड़ियो एक करी। मथुरा जन को प्रभ दीन दयाल है, संगत सृष्ट निहाल करी। रामदास गुरु जगतार जोत अर्जन भाई। कौन अंत पावे प्रभु की माया का? कहते सैभम सुते ही प्रकाश अपने आप तो। ना तिस बाप ना माया, ना बाप है ना मां है, आपे ही आप। सारिया का प्यो भी आप है, सारिया की मां भी आप है। तू मेरा पिता, तू है मेरा माता। वाहिगुरु सारिया का प्यो भी तू है, मां भी तू, पर तेरी मां तेरा प्यो कोई नहीं। तू अपने आप ही ने आप साजियो, आप ही ने रचियो नाओ। दुई कुदरत साजिए कर आसन डिठो जाओ। दाता करता आप तो, बनाने वाला भी आप है, दाता देने वाला भी आप है।
ਦਸਦੇਵ ਹੈ ਕਰੈ ਪ੍ਰਸਾਦ। ਜਦੋਂ ਪ੍ਰਸੰਨ ਹੁੰਦਾ ਹੈ, ਟੁੱਟਦਾ ਹੈ, ਉਦੋਂ ਜੀਵਾਂ ਨੂੰ ਬਹੁਤ ਕੁਝ ਬਖਸ਼ ਦਿੰਦਾ ਹੈ। ਤੂੰ ਜਾਣੋਈ ਸਭ ਸੈ, ਸਾਰਿਆਂ ਦੇ ਦਿਲਾਂ ਦੀ ਜਾਣਦਾ। ਤੂੰ ਜਾਣੋਈ ਸਭ ਸੈ, ਦੇ ਲੈਸੈ ਜਿੰਦ ਕਵਾਓ। ਹੇ ਵਾਹਿਗੁਰੂ, ਆਪਣੇ ਹੁਕਮ ਨਾਲ ਜੀਆਂ ਨੂੰ ਜਾਨ ਦੇ ਕੇ, ਜ਼ਿੰਦਗੀ ਦੇ ਕੇ ਵਾਪਸ ਵੀ ਲੈ ਲੈਂਦਾ ਹੈ। ਕੈਸੀ ਅਜੀਬ ਰਚਨਾ ਹੈ। ਆਪੇ ਜ਼ਿੰਦਗੀ ਦਿੰਦਾ ਹੈ। 150 ਸਾਲ ਦੀ ਜ਼ਿੰਦਗੀ ਤੋਂ ਬਾਅਦ ਫਿਰ ਮ੍ਰਿਤੂ ਆ ਜਾਂਦੀ ਹੈ, ਫਿਰ ਦੁਬਾਰਾ ਜਨਮ ਹੋ ਜਾਂਦਾ ਹੈ। ਤੇਰਾ ਹੁਕਮ ਵਰਤਦਾ ਹੈ। ਸੋ ਐਸਾ ਪ੍ਰਭੂ ਸਹਿ ਭੰਗ ਹੈ। ਸਹਿ ਭੰਗ ਦਾ ਕਈ ਦਾ ਪਾਠ ਸਹਿ ਭੰਗ ਬੋਲ ਦਿੰਦੇ। ਸਾਧ ਸੰਗਤ ਜੀ, ਸਹਿ ਭੰਗ ਨਹੀਂ ਬੋਲਣਾ, ਗੱਗਾ ਨਹੀਂ ਬੋਲਣਾ ਅੰਤ ਵਿੱਚ। ਇਹ ਵੀ ਖਿਆਲ ਰੱਖਣਾ। ਸਹਿ ਭੰਗ, ਮੂੰਹ ਖੁੱਲ੍ਹਾ ਹੀ ਰਹੇ। ਸਹਿ ਕਹਿ ਕੇ ਜਦੋਂ ਭੰਗ ਬੋਲਣਾ, ਭੱਬੇ ਅੱਖਰ ਦੇ ਨਾਲ ਬੁੱਲ ਜਿਹੜੇ ਨੇ ਉਹ ਆਪਸ ਵਿੱਚ ਮਿਲਦੇ ਨੇ। ਸਾਡੇ ਹੋਂਠ, ਜਦੋਂ ਅਸੀਂ ਭੱਬਾ ਅੱਖਰ ਬੋਲਦੇ ਹਾਂ, ਭੋ ਕਹਿੰਦੇ ਹਾਂ, ਤੇ ਭੱਬਾ ਅੱਖਰ ਬੁੱਲਾਂ ਤੋਂ ਨਿਕਲਦਾ ਹੈ। ਬੁੱਲਾਂ ਤੋਂ ਬਿਨਾਂ ਭੱਬਾ ਅੱਖਰ ਬੋਲਿਆ ਨਹੀਂ ਜਾ ਸਕਦਾ। ਜਦੋਂ ਭੱਬੇ ਤੇ ਟਿੱਪੀ ਲਾਣੀ ਹੈ ਤੇ ਉਹ ਭੰਗ ਬਣ ਗਿਆ। ਤੇ ਜੇ ਆਪਾਂ ਭੰਗ ਗਲੇ 'ਚੋਂ ਗੱਗਾ ਕੱਢਾਂਗੇ ਤੇ ਗੋ ਨਿਕਲੇਗਾ। ਕਈ ਮੰਮਾ ਬੋਲਦੇ ਸਹਿ ਭਾਮੋ, ਏਦਾਂ ਵੀ ਨਹੀਂ। ਸਹਿ ਭੰਗ ਇੱਕਦਮ ਭ ਕਹਿ ਕੇ ਟਿੱਪੀ ਲਾ ਕੇ ਤੇ ਮੂੰਹ ਖੁੱਲ੍ਹਾ ਹੋ ਜਾਏ ਤੇ ਨੱਕਾਂ 'ਚੋਂ ਆਵਾਜ਼ ਆਵੇ ਭੰਗ। ਸਹਿ ਭੰਗ। ਇਹ ਉਚਾਰਨ ਦੀ ਵੀ ਬੜੀ ਸਮੱਸਿਆ ਹੈ। ਬਾਣੀ ਜਿੰਨੀ ਸ਼ੁੱਧ ਉਚਾਰਾਂਗੇ ਓਨਾ ਸਾਡੇ ਸਰੀਰ ਤੇ ਅਸਰ ਕਰੇਗੀ, ਓਨਾ ਸਾਡੇ ਮਨ ਤੇ ਅਸਰ ਕਰੇਗੀ। ਜਿੰਨਾ ਬਾਣੀ ਗਲਤ ਪੜਾਂਗੇ, ਸ਼ਬਦਾਂ ਦੀ ਸ਼ਕਤੀ ਖਤਮ ਹੋ ਜਾਂਦੀ। ਗਲਤ ਪੜਨ ਨਾਲ ਅਸਰ ਨਹੀਂ ਕਰਦੀ। ਸ਼ਬਦ ਵਿੱਚ ਰੂਢੀ ਸ਼ਕਤੀ ਹੈ। ਕੋਈ ਵੀ ਸ਼ਬਦ ਹੈ, ਉਹਦੀ ਆਪਣੀ ਤਾਕਤ ਹੈ। ਹਰਫਾਂ ਦੀ, ਵਰਡਾਂ ਦੀ, ਸ਼ਬਦਾਂ ਦੀ, ਲਫ਼ਜ਼ਾਂ ਦੀ ਤਾਕਤ ਹੈ। ਜਿਵੇਂ ਗਊ ਆਖਦੇ ਹਾਂ, ਤੇ ਗਊ ਸੁਣਦਿਆਂ ਸਾਰ ਤੁਹਾਡੇ ਉੱਤੇ ਉਸ ਲਫ਼ਜ਼ ਦੀ, ਉਸ ਸ਼ਕਤੀ ਦਾ ਅਸਰ ਪੈ ਜਾਂਦਾ। ਤੁਹਾਨੂੰ ਨਜ਼ਰ ਆਉਂਦਾ ਵੀ 4 ਪੈਰਾਂ ਵਾਲੀ, 2 ਸਿੰਗਾਂ ਵਾਲੀ, 1 ਪੂੰਛ ਵਾਲੀ ਗਊ ਹੁੰਦੀ ਹੈ। ਦਿਮਾਗ 'ਚ ਇੱਕਦਮ ਆ ਜਾਂਦਾ ਕਿ ਨਹੀਂ ਆ ਜਾਂਦਾ। ਦਿੱਲੀ ਕਹਿੰਦੇ ਹਾਂ ਤੇ ਦਿੱਲੀ ਕਹਿੰਦਿਆਂ ਸਾਰ ਸਾਨੂੰ ਦਿੱਲੀ ਸ਼ਹਿਰ ਯਾਦ ਆ ਜਾਂਦਾ ਇੱਕਦਮ। ਇੱਥੇ ਬੈਠੇ ਹੀ ਦਿੱਲੀ ਦਾ ਧਿਆਨ ਹੋ ਜਾਂਦਾ। ਅੰਮ੍ਰਿਤਸਰ ਕਹਿੰਦੇ ਆ ਤੇ ਇੱਥੇ ਬੈਠੇ ਹੀ ਇੱਕਦਮ ਅੰਮ੍ਰਿਤਸਰ ਦੀ ਯਾਦ ਆਉਂਦੀ। ਸ਼ਬਦ ਬੋਲੋ ਤੇ ਝਟਪਟ ਅਸਰ ਕਰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ 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 ਕਹਿੰਦੇ ਆ ਤੇ ਵਾਹਿਗੁਰੂ ਉਹਦਾ ਧਿਆਨ। ਪਰ ਜੇ ਬੋਲੋ ਹੀ ਗਲਤ, ਜੇ ਤੁਸੀਂ ਦਿੱਲੀ ਨੂੰ ਹੋਰ ਹੀ ਕੁਝ ਕਹੀ ਜਾਓ, ਅੰਮ੍ਰਿਤਸਰ ਨੂੰ ਕੁਝ ਹੋਰ ਹੀ ਬੋਲੀ ਜਾਓ, ਨਾ ਤੁਹਾਨੂੰ ਪਤਾ ਲੱਗੇ ਨਾ ਸੁਣਨ ਵਾਲੇ ਨੂੰ। ਇਸ ਕਰਕੇ ਗੁਰਬਾਣੀ ਦਾ ਉਚਾਰਨ ਸ਼ੁੱਧ। ਮਹਾਰਾਜ ਗੁਰੂ ਸਾਹਿਬ ਜੀ ਦਾ ਵਚਨ ਹੈ, ਸਿੱਖੋ ਸੁਨੋ ਸੀਖ ਇਹ ਮੇਰੀ, ਬਾਣੀ ਪਠੋ ਸ਼ੁੱਧ ਗੁਰ ਕੇਰੀ। ਇਹ ਮੇਰੇ ਬੱਚਿਓ, ਮੇਰੇ ਸਿੱਖੋ, ਇਹ ਮੇਰੀ ਸਿੱਖਿਆ ਸੁਣ ਲਓ ਕਿ ਗੁਰੂ ਦੀ ਬਾਣੀ ਸ਼ੁੱਧ ਪੜ੍ਹਿਆ ਕਰੋ। ਵੱਧ ਤੋਂ ਵੱਧ ਸ਼ੁੱਧ ਉਚਾਰਨ ਬਾਣੀ ਦਾ ਕਰੋਗੇ, ਤੁਹਾਡੇ ਤੇ ਗੁਰੂ ਦੀ ਬੜੀ ਕਿਰਪਾ ਬਖਸ਼ਿਸ਼ ਹੋਵੇਗੀ। ਸੋ ਗੁਰੂ ਸਾਹਿਬ ਜੀ ਮਹਾਰਾਜ ਨੇ ਸਹਿ ਭੰਗ ਉਚਾਰਨ ਕੀਤਾ। ਇਸ ਦਾ ਮਤਲਬ ਸਵੈ ਆਪਣੇ ਆਪ ਤੋਂ ਭੰਗ ਮੈਨੇ ਹੋ ਗਿਆ। ਵਾਹਿਗੁਰੂ ਆਪਣੇ ਆਪ ਤੋਂ ਪੈਦਾ ਹੋਇਆ। ਗੁਰ ਪ੍ਰਸਾਦ। ਮਹਾਰਾਜ ਕਹਿੰਦੇ ਪਰਮੇਸ਼ਰ ਗੁਰਨਾਮ ਚੇਤਨ ਦਾ ਹੈ। ਗੁਰ ਕਹਿੰਦੇ ਨੇ ਚੇਤਨ, ਜਿਹੜਾ ਸੁਣ ਸਕਦਾ ਹੈ, ਵੇਖ ਸਕਦਾ ਹੈ, ਬੋਲ ਸਕਦਾ ਹੈ, ਸਮਝ ਸਕਦਾ ਹੈ, ਉਸ ਨੂੰ ਗੁਰ ਕਹਿੰਦੇ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਚੇਤਨ ਦੇ ਵਿਪਰੀਤ ਕੀ ਹੁੰਦਾ? ਚੇਤਨ ਦੇ ਵਿਪਰੀਤ ਜੜ ਹੁੰਦਾ। ਜਿਵੇਂ ਇੱਟਾਂ ਰੋੜੇ ਪੱਥਰ ਪਏ ਨੇ, ਨਾ ਬੋਲ ਸਕਦੇ ਨੇ, ਨਾ ਤੁਰ ਸਕਦੇ ਨੇ, ਨਾ ਸੁਣ ਸਕਦੇ। ਜਿੱਥੇ ਪਏ ਵਿਚਾਰੇ ਪਏ। ਜੇ ਕਿਸੇ ਬੰਦੇ ਦਾ ਦਿਮਾਗ ਘੱਟ ਕੰਮ ਕਰਦਾ ਹੋਵੇ, ਅਸੀਂ ਕਹਿੰਦੇ ਇਹ ਤਾਂ ਜੜ ਹੈ, ਇਹ ਤਾਂ ਜੜ ਹੈ। ਜੜ ਮੈਨੇ ਇਹਦੇ ਪੱਥਰ ਵਰਗਾ ਹੈ, ਇਹਦਾ ਦਿਮਾਗ ਨਹੀਂ ਕੰਮ ਕਰਦਾ। ਜਿਹਦਾ ਦਿਮਾਗ ਬਹੁਤ ਕੰਮ ਕਰਦਾ ਹੋਵੇ, ਅਸੀਂ ਕਹਿੰਦੇ ਬੜਾ ਚੇਤਨ ਹੈ, ਬੜਾ ਸਮਝਦਾਰ ਹੈ, ਅੱਧੀ ਗੱਲ ਸਮਝ ਜਾਂਦਾ। ਕਈ ਬੱਚੇ ਹੀ ਬੜੇ ਹੁਸ਼ਿਆਰ ਹੁੰਦੇ ਨੇ, 2-2 ਸਾਲ ਦੇ ਬੱਚੇ, 2.5-2.5 ਸਾਲ ਦੇ ਬੱਚੇ ਇਹੋ ਜਿਹੀ ਗੱਲ ਸਮਝ ਜਾਂਦੇ ਵੀ ਹੈਰਾਨ ਹੋ ਜਾਈਦਾ ਵੀ ਇੰਨਾ ਸਿਆਣਾ ਬੱਚਾ। ਕਈ ਬੁੱਢੇ ਹੋ ਜਾਂਦੇ ਆ ਪਰ ਸਮਝ ਨਹੀਂ ਆਉਂਦੀ। ਜੜਤਾ ਤੇ ਚੇਤਨਤਾ ਦਾ ਫਰਕ ਬਹੁਤ ਵੱਡਾ ਫਰਕ ਹੈ। 5 ਪ੍ਰਕਾਰ ਦੇ ਭੇਦ ਨੇ, ਸ਼ਾਸਤਰਕਾਰਾਂ ਨੇ ਲਿਖੇ ਨੇ। ਉਹ ਜੜ ਦਾ ਭੇਦ, ਜੜ ਜੀਵ ਦਾ ਭੇਦ, ਜੀਵ ਈਸ਼ ਦਾ ਭੇਦ, ਈਸ਼ ਜੜ ਦਾ ਭੇਦ। ਜੜ ਜਿਹੜਾ ਹੈ ਉਹ ਪੱਥਰ ਹੈ, ਨਾ ਸੁਣ ਸਕੇ, ਨਾ ਬੋਲ ਸਕੇ, ਨਾ ਸਮਝ ਸਕੇ, ਨਾ ਵੇਖ ਸਕੇ, ਨਾ ਤੁਰ ਸਕੇ, ਨਾ ਖਾ ਪੀ ਸਕੇ, ਪਿਆ ਹੈ। ਹਜ਼ਾਰਾਂ ਸਾਲ ਹੋ ਗਏ ਨੇ ਪੱਥਰ ਨੂੰ ਇੱਕੋ ਥਾਂ ਦੇ ਪਏ ਨੂੰ ਪਿਆ ਹੈ। ਪਰ ਜਿਹੜਾ ਚੇਤਨ ਹੈ ਉਹ ਤੁਰਿਆ ਫਿਰਦਾ ਹੈ, ਉਹ ਹਿਲਦਾ ਜੁਲਦਾ ਹੈ, ਬਹਿੰਦਾ ਉੱਠਦਾ, ਖਾਂਦਾ ਪੀਂਦਾ, ਵੇਖਦਾ ਸੁਣਦਾ, ਸਮਝਦਾ, ਉਸਨੂੰ ਚੇਤਨ ਕਹਿੰਦੇ ਹਨ। ਗੁਰਨਾਮ ਚੇਤਨ ਦਾ ਹੈ। ਸਾਧ ਸੰਗਤ ਜੀ, ਪਰਮਾਤਮਾ ਜੜ ਨਹੀਂ, ਪਰਮਾਤਮਾ ਚੇਤਨ ਹੈ। ਸਦ ਸੁਣਦਾ ਸਦ ਵੇਖਦਾ, ਸਦ ਸੁਣਦਾ ਸਦ ਵੇਖਦਾ, ਸਦ ਸੁਣਦਾ ਸਦ ਵੇਖਦਾ, ਸਦ ਸੁਣਦਾ ਸਦ ਵੇਖਦਾ, ਸਰਬ ਰਿਆ ਭਰਪੂਰ, ਸਰਬ ਰਿਆ ਭਰਪੂਰ, ਸਰਬ ਰਿਆ ਭਰਪੂਰ, ਸਰਬ ਰਿਆ ਭਰਪੂਰ। ਸਾਰਿਆਂ ਵਿੱਚ ਭਰਪੂਰ ਬੈਠਾ ਵਾਹਿਗੁਰੂ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ। ਅਸੀਂ ਤਾਂ ਆਪਣੇ ਗੁਆਂਢੀ ਦੇ ਦਿਲ ਦੀ ਨਹੀਂ ਜਾਣਦੇ, ਆਪਣੀ ਪਤਨੀ ਦੇ ਦਿਲ ਦੀ ਨਹੀਂ ਜਾਣਦੇ, ਆਪਣੇ ਬੱਚਿਆਂ ਦੇ ਦਿਲ ਦੀ ਨਹੀਂ ਜਾਣਦੇ, ਤੇ ਅਸੀਂ ਤਾਂ ਸਾਧ ਸੰਗਤ ਜੀ ਕਈ ਵਾਰ ਆਪਣੇ ਦਿਲ ਦੀ ਵੀ ਨਹੀਂ ਜਾਣਦੇ ਵੀ ਸਾਡੇ ਦਿਲ 'ਚ ਕੀ ਆ ਜਾਣਾ, ਕੀ ਆ ਰਿਹਾ, ਪਤਾ ਹੀ ਨਹੀਂ ਲੱਗਦਾ। ਸੁੰਨ-ਮੁੰਨੀ ਹੋਈ ਫਿਰਦੇ ਹਾਂ। ਅੱਜ ਇੰਨੀ ਟੈਨਸ਼ਨ, ਇੰਨੀ ਪਰੇਸ਼ਾਨੀ ਹੈ ਸਮਾਜ ਦੇ ਵਿੱਚ ਕਿ ਕਈ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਸੋਚ ਕੀ ਰਹੇ ਹਾਂ ਤੇ ਕਰ ਕੀ ਰਹੇ ਹਾਂ, ਕਰਨਾ ਕੀ ਹੈ। ਪਰ ਵਾਹਿਗੁਰੂ ਤਾਂ ਘੱਟ ਮਾਲਕ ਦਿਨਾਂ ਦਾ ਸੱਚਾ ਪਰਵਤਕਾਰ, ਸਾਰਿਆਂ ਵਿੱਚ ਚੇਤਨ ਰੂਪ ਹੋ ਕੇ ਵਰਤ ਰਿਹਾ। ਜਿੰਨੀ ਚੇਤਨਤਾ ਸਾਡੇ ਅੰਦਰ ਹੈ ਸਾਧ ਸੰਗਤ, ਉਹ ਵੀ ਪਰਮੇਸ਼ਰ ਦੀ ਹੈ। ਜਿੰਨੀ ਚੇਤਨਤਾ ਹੈ ਵਾਹਿਗੁਰੂ ਦੀ ਹੈ। ਉਹ ਚੇਤਨ ਸਰੂਪ ਹੈ, ਸਭ ਦੇ ਦਿਲਾਂ ਦੀ ਜਾਣਦਾ ਹੈ। ਘੱਟ ਮਾਲਕ ਦਿਨਾਂ ਦਾ ਸੱਚਾ ਪਰਵਤਕਾਰ। ਪ੍ਰਸਾਦ ਨਾਮ ਆਨੰਦ ਦਾ ਹੈ। ਵਾਹਿਗੁਰੂ ਪਰਮੇਸ਼ਰ ਆਨੰਦ ਸਰੂਪ ਹੈ, ਸਦਾ ਹੀ ਆਨੰਦ ਵਿੱਚ ਰਹਿੰਦਾ ਹੈ, ਖਿੜਿਆ ਰਹਿੰਦਾ ਹੈ, ਖੁਸ਼ ਰਹਿੰਦਾ ਹੈ, ਪ੍ਰਸੰਨ ਰਹਿੰਦਾ ਹੈ, ਦੁੱਖ ਕੋਈ ਨਹੀਂ। ਤੁਹਾਨੂੰ ਪਤਾ ਵੀ ਆਨੰਦ ਦੇ ਵਿਪਰੀਤ ਦੁੱਖ ਹੁੰਦਾ ਹੈ। ਇੱਕ ਪਾਸੇ ਦੁੱਖ ਹੈ, ਦੂਜੇ ਪਾਸੇ ਆਨੰਦ ਹੈ। ਆਪਾਂ ਸਾਰੇ ਦੁਖੀ ਹਾਂ, ਕਦੀ ਕਾਮ ਕਰਕੇ, ਕਦੀ ਕ੍ਰੋਧ ਕਰਕੇ, ਕਦੀ ਲੋਭ ਕਰਕੇ, ਕਦੀ ਮੋਹ ਕਰਕੇ, ਕਦੀ ਹੰਕਾਰ ਕਰਕੇ, ਕਦੀ ਈਰਖਾ ਕਰਕੇ, ਕਦੀ ਦ્વੈਸ਼ ਕਰਕੇ, ਰਾਗ ਕਰਕੇ ਅਸੀਂ ਦੁਖੀ ਹੁੰਦੇ ਹੀ ਰਹਿੰਦੇ ਹਾਂ। ਸਰੀਰ ਕਰਕੇ ਦੁਖੀ ਹੁੰਦੇ ਹੀ ਰਹਿੰਦੇ ਹਾਂ। ਵਾਹਿਗੁਰੂ ਜੋਤੀ ਸਰੂਪ ਹੈ, ਕਦੇ ਵੀ ਦੁਖੀ ਨਹੀਂ ਹੁੰਦਾ। ਕਰੈ ਆਨੰਦ ਆਨੰਦੀ ਮੇਰਾ, ਕਰੈ ਆਨੰਦ ਆਨੰਦੀ ਮੇਰਾ, ਆਨੰਦੀ ਮੇਰਾ, ਕਰੇ ਆਨੰਦ ਆਨੰਦੀ
ਅਨੰਦੀ ਮੇਰਾ, ਕਰ ਆਨੰਦ ਆਨੰਦੀ ਮੇਰਾ। ਕਰੇ ਆਨੰਦ ਆਨੰਦੀ ਮੇਰਾ, ਕਰੇ ਆਨੰਦ ਆਨੰਦੀ ਮੇਰਾ। ਘਟ ਘਟ ਅੰਤਰ ਸਿਰ ਸਿਰ ਹੈ ਨਵੇਰਾ, ਘਟਾਂ ਘਟਾਂ ਵਿੱਚ ਵਸਿਆ ਤੇ ਸਿਰ ਸਿਰ ਤੇ ਬੈਠਾ ਸਭ ਦੇ ਨਵੇੜੇ ਕਰੀ ਜਾਂਦਾ ਹੈ। ਸਿਰ ਸਾਹਾਂ ਕੇ ਸਾਚਾ ਸਾਹਿਬ, ਅਵਰ ਨਾਹੀ ਕੋ ਦੂਜਾ ਹੈ। ਮੇਰਾ ਮਾਲਕ, ਮੇਰਾ ਸੁਆਮੀ ਸਾਹਾਂ ਦਾ ਸ਼ਾਹ, ਪਾਤਸ਼ਾਹ ਦਾ ਪਾਤਸ਼ਾਹ ਹੈ। ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ, ਕੋਈ ਹੈ ਨਹੀਂ ਜਿਹੜਾ ਉਹਦੇ ਬਰਾਬਰ ਖਲੋ ਸਕੇ। ਅਵਰ ਨਾਹੀ ਕੋ ਦੂਜਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਪ੍ਰਸਾਦ ਆਨੰਦ ਸਰੂਪ ਵਾਹਿਗੁਰੂ ਹੈ। ਬਾਕੀ ਸਾਰੇ ਸੰਸਾਰ 'ਚ ਦੁੱਖ ਹੀ ਦੁੱਖ ਨੇ। ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਕੇ ਵੇਖ ਲਓ, ਤੇਰਾ ਕੀ ਹਾਲ ਹੈ, ਕਹਿੰਦਾ ਬੜਾ ਦੁਖੀ ਹਾਂ। ਕਰੋੜਾਂਪਤੀ ਬੰਦੇ, ਅਮੀਰ ਪੈਸੇ ਵਾਲੇ ਬੜੇ ਦੁਖੀ ਨੇ। ਬੜੇ ਬੜੇ ਪੜ੍ਹੇ ਲਿਖੇ ਲੋਕ ਵੀ ਬੜੇ ਦੁਖੀ ਨੇ। ਰਾਜੇ ਮਹਾਰਾਜੇ, MP MLA, ਮੰਤਰੀ, ਪ੍ਰਧਾਨ ਮੰਤਰੀ ਸਭ ਦੁਖੀ ਨੇ। ਜੋ ਜੋ ਦਿਸੈ ਸੋ ਸੋ ਰੋਗੀ, ਸਾਰੇ ਰੋਗੀ ਨੇ। ਸਭ ਨੂੰ ਕੋਈ ਨਾ ਕੋਈ ਦੁੱਖ ਚਿੰਤਾ ਫਿਕਰ ਲੱਗੀ ਰਹਿੰਦੀ ਹੈ। ਪਰ ਵਾਹਿਗੁਰੂ ਨੂੰ ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਡਰ ਨਹੀਂ, ਕੋਈ ਖਤਰਾ ਨਹੀਂ। ਉਹ ਤਾਂ ਆਨੰਦ ਸਰੂਪ ਹੈ। ਸੋ ਸਾਧ ਸੰਗਤ ਜੀ, ਸਤ ਚੇਤਨ ਆਨੰਦ ਪ੍ਰਭੂ ਦਾ ਰੂਪ ਮਹਾਰਾਜ ਮੂਲ ਮੰਤਰ 'ਚ ਬਿਆਨ ਕਰ ਦਿੱਤਾ। ਸਾਡੇ ਦੇਸ਼ ਵਿੱਚ ਸਤ ਚੇਤਨ ਆਨੰਦ ਤਿੰਨ ਵਿਸ਼ੇਸ਼ਣ ਪ੍ਰਭੂ ਦੇ ਮੰਨੇ ਗਏ। ਮੁੱਖ ਜਿਹੜੇ ਸੱਚਦਾਨੰਦ, ਸਤ ਕਹਿੰਦੇ ਨੇ ਜਿਹਦਾ ਸਦਾ ਹੀ ਪ੍ਰਕਾਸ਼ ਰਵੇ, ਕਦੀ ਉਹਦਾ ਬਾਧ ਨਾ ਹੋ ਸਕੇ, ਨਾਸ ਨਾ ਹੋ ਸਕੇ, ਜਿਸ ਦਾ ਕਦੀ ਖੰਡਨ ਨਾ ਹੋ ਸਕੇ, ਉਹ ਸਤ ਹੈ। ਚੇਤਨ ਕਹਿੰਦੇ ਨੇ ਜਿਹੜਾ ਸੁਣ ਸਕਦਾ, ਵੇਖ ਸਕਦਾ। ਤੇ ਆਨੰਦ ਕਹਿੰਦੇ ਨੇ ਜਿਹੜਾ ਸਦਾ ਹੀ ਖੁਸ਼ ਪ੍ਰਸੰਨ ਰਹਿੰਦਾ। ਵਾਹਿਗੁਰੂ ਪਰਮੇਸ਼ਰ ਦੇ ਤਿੰਨੇ ਹੀ ਗੁਣ ਮਹਾਰਾਜ ਨੇ ਮੂਲ ਮੰਤਰ 'ਚ ਪਰੋ ਦਿੱਤੇ। ਗੁਰ ਪ੍ਰਸਾਦ ਸਿੱਧਾ ਪੁੱਛਿਆ ਮਹਾਰਾਜ, ਉਪਰੋਕਤ ਦੱਸਿਆ ਵਾਹਿਗੁਰੂ ਪ੍ਰਾਪਤ ਕਿਵੇਂ ਹੋਵੇਗਾ? ਮਹਾਰਾਜ ਕਹਿੰਦੇ ਭਾਈ, ਐਸੇ ਗੁਣਾਂ ਵਾਲਾ ਪ੍ਰਭੂ ਤਾਂ ਪ੍ਰਾਪਤ ਹੋਵੇਗਾ ਜੇ ਗੁਰੂ ਦਾ ਪ੍ਰਸਾਦ, ਗੁਰੂ ਦੀ ਪ੍ਰਸੰਨਤਾ ਹੋਵੇਗੀ। ਪ੍ਰਸਾਦ ਨਾਮ ਪ੍ਰਸੰਨਤਾ ਦਾ ਵੀ ਹੈ, ਖੁਸ਼ੀ ਦਾ। 20 ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਜਿਹਦੇ ਤੇ ਗੁਰੂ ਦਾ 20 ਵਿਸਵੇ ਮਨ ਪ੍ਰਸੰਨ ਹੋ ਗਿਆ, ਉਸੇ ਸੇਵਕ ਨੂੰ ਗੁਰੂ ਨੇ ਪ੍ਰਮਾਤਮਾ ਦੇ ਦਰਸ਼ਨ ਕਰਾਣੇ, ਅਨਿਥਾ ਨਹੀਂ। ਇਸੇ ਲਈ ਪੁਰਾਣੇ ਜ਼ਮਾਨੇ 'ਚ ਗੁਰੂ ਦੀ ਸੇਵਾ ਕੀਤੀ ਜਾਂਦੀ ਸੀ। 3 ਪ੍ਰਕਾਰ ਨਾਲ ਵਿਦਿਆ ਪੜ੍ਹੀ ਜਾਂਦੀ ਸਕੂਲਾਂ ਵਿੱਚ ਪੁਰਾਣੇ ਜ਼ਮਾਨੇ 'ਚ। ਅੱਜ ਵੀ ਵਿਦਿਆਰਥੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜਿਹੜੇ ਸਕੂਲਾਂ 'ਚ ਪੜ੍ਹਦੇ ਹਨ। ਗੁਰ ਸੇਵਾ ਵਾ ਦਰਬ ਕਰ ਵਿਦਿਆ, ਵਿਦਿਆ ਹੋਏ। ਤ੍ਰਿਤੀ ਹੇਤ ਵਿਦਿਆ ਵਧੈ, ਚੌਥੋ ਹੇਤ ਨਾ ਕੋਏ। ਭਈ ਤੁਸੀਂ